हेलो दोस्तों, उम्मीद है सब ठीक ठाक होवोगे। तो ਤੁਹਾਡਾ ਸਭ ਦਾ ਲਰਨ ਡੇਲੀ ਤੇ ਸਵਾਗਤ ਹੈ। ਅਗਰ ਤੁਸੀਂ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਚੈਨਲ ਨੂੰ ਕਰ ਲੈਣਾ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦੇਣਾ ਸ਼ੇਅਰ। ਤਾਂ ਅੱਜ ਕਰਦੇ ਹਾਂ ਅੱਜ ਦੀ ਕਲਾਸ ਦੀ ਸ਼ੁਰੂਆਤ, ਜਿਸ ਦੇ ਵਿੱਚ ਕਰਾਂਗੇ ਪੋਲਿਟੀ ਦੇ ਮੋਸਟ ਇੰਪੋਰਟੈਂਟ ਕੁਐਸਚਨਸ। ਤਾਂ ਚੈਨਲ ਨੂੰ ਕਰ ਲੈਣਾ ਸਬਸਕ੍ਰਾਈਬ। ਤਾਂ ਚੱਲਦੇ ਹਾਂ ਅੱਜ ਦੀ ਕਲਾਸ ਤੇ। Who among the following can participate in parliament session without any membership? ਬਿਨਾਂ ਕਿਸੇ ਮੈਂਬਰਸ਼ਿਪ ਦੇ ਇਹਨਾਂ ਦੇ ਵਿੱਚੋਂ ਕੌਣ ਹੁੰਦਾ ਹੈ ਜਿਹੜਾ ਕਿ ਪਾਰਲੀਮੈਂਟ ਦੇ ਸੈਸ਼ਨਸ ਨੂੰ ਅਟੈਂਡ ਕਰਦਾ ਹੈ? ਤਾਂ ਉਹ ਹੁੰਦਾ ਆਪਣੇ ਕੋਲ ਅਟਾਰਨੀ ਜਨਰਲ ਆਫ ਇੰਡੀਆ। ਚੇਅਰਮੈਨ ਆਫ ਨੀਤੀ ਆਯੋਗ, ਤਾਂ ਇਹਨਾਂ ਦੇ ਵਿੱਚੋਂ ਨੀਤੀ ਆਯੋਗ ਦਾ ਚੇਅਰਮੈਨ ਕੌਣ ਹੁੰਦਾ ਹੈ? ਤਾਂ ਜਿਹੜਾ ਪ੍ਰਾਈਮ ਮਿਨਿਸਟਰ ਹੁੰਦਾ ਹੈ ਇੰਡੀਆ ਦਾ, ਉਹੀ ਨੀਤੀ ਆਯੋਗ ਦਾ ਚੇਅਰਮੈਨ ਹੁੰਦਾ ਹੈ। ਤਾਂ ਨੀਤੀ ਆਯੋਗ ਜੋ ਸੀ ਆਪਣੇ ਕੋਲ ਪਲੈਨਿੰਗ ਕਮਿਸ਼ਨ ਨੂੰ ਹਟਾ ਕੇ ਇਹਦੀ ਸਥਾਪਨਾ ਕੀਤੀ ਗਈ ਸੀ। ਅਤੇ ਨੀਤੀ ਆਯੋਗ ਦੀ ਸਥਾਪਨਾ ਕਦੋਂ ਕੀਤੀ ਗਈ ਸੀ? 1 ਜਨਵਰੀ 2015 ਦੇ ਵਿੱਚ ਜੋ ਸੀ ਨੀਤੀ ਆਯੋਗ ਦੀ ਸਥਾਪਨਾ ਕੀਤੀ ਗਈ ਸੀ। ਚੀਫ ਮਿਨਿਸਟਰ ਆਫ ਸਟੇਟ ਆਰ ਮੈਂਬਰ ਆਫ, ਜਿਹੜਾ ਕਿ ਚੀਫ ਮਿਨਿਸਟਰ ਹੁੰਦਾ ਹੈ ਕਿਸੇ ਸਟੇਟ ਦਾ, ਉਹ ਇਹਨਾਂ ਦੇ ਵਿੱਚੋਂ ਕਿਸ ਦਾ ਮੈਂਬਰ ਹੁੰਦਾ ਹੈ? ਨੀਤੀ ਆਯੋਗ ਦਾ ਮੈਂਬਰ ਹੁੰਦਾ ਹੈ, ਫਾਈਨੈਂਸ ਕਮਿਸ਼ਨ ਦਾ ਮੈਂਬਰ ਹੁੰਦਾ ਹੈ, ਨੈਸ਼ਨਲ ਡਿਵੈਲਪਮੈਂਟ ਕੌਂਸਲ ਦਾ ਮੈਂਬਰ ਹੁੰਦਾ ਹੈ, ਜਾਂ ਫਿਰ ਇਲੈਕਸ਼ਨ ਕਮਿਸ਼ਨ ਦਾ ਮੈਂਬਰ ਹੁੰਦਾ ਹੈ। ਤਾਂ ਇਹਨਾਂ ਦੇ ਵਿੱਚੋਂ ਨੈਸ਼ਨਲ ਡਿਵੈਲਪਮੈਂਟ ਕੌਂਸਲ ਦਾ ਮੈਂਬਰ ਹੁੰਦਾ ਹੈ। The famous Battle of Plassey in 1757 was fought in which region of India? ਤਾਂ ਜਿਹੜੀ ਫੇਮਸ ਬੈਟਲ ਹੋਈ ਸੀਗੀ ਪਲਾਸੀ ਦੀ 1757 ਦੇ ਵਿੱਚ, ਉਹ ਕਿਹੜੇ ਰੀਜਨ ਦੇ ਵਿੱਚ ਲੜੀ ਗਈ ਸੀ ਇਹਨਾਂ ਚਾਰਾਂ ਦੇ ਵਿੱਚੋਂ? ਤਾਂ ਉਹ ਲੜੀ ਗਈ ਸੀ ਜੀ ਆਪਣੇ ਕੋਲੇ ਵੈਸਟ ਬੰਗਾਲ ਦੇ ਵਿੱਚ। What is the retirement age of the chief of defence of ਸਟਾਫ, ਯਾਨੀ ਕਿ CDS ਦੀ ਜਿਹੜੀ ਕਿ ਹੁੰਦੀ ਹੈ ਰਿਟਾਇਰਮੈਂਟ ਏਜ ਕਿੰਨੀ ਹੁੰਦੀ ਹੈ? ਉਹ ਹੁੰਦੀ ਹੈ ਜੀ ਆਪਣੇ ਕੋਲੇ 65 ਸਾਲ। ਅਤੇ ਇਹੀ 65 ਸਾਲ ਆਪਣੇ ਕੋਲੇ ਸੁਪਰੀਮ ਕੋਰਟ ਦੇ ਜੱਜ ਦੀ ਵੀ ਹੁੰਦੀ ਹੈ ਰਿਟਾਇਰਮੈਂਟ ਏਜ 65 ਸਾਲ, ਔਰ 62 ਸਾਲ ਹੁੰਦੀ ਹੈ ਆਪਣੇ ਕੋਲੇ ਹਾਈ ਕੋਰਟ ਦੇ ਜੱਜ ਦੀ। ਨੈਕਸਟ ਚੱਲਦੇ ਹਾਂ, ਵੈਨ ਡਿਡ ਦੀ ਨਾਨ ਕੋਆਪਰੇਸ਼ਨ ਮੂਵਮੈਂਟ ਐਂਡ? ਤਾਂ ਜਿਹੜੀ ਨਾਨ ਕੋਆਪਰੇਸ਼ਨ ਮੂਵਮੈਂਟ ਸੀਗੀ ਉਹ ਐਂਡ ਕਦੋਂ ਹੋਈ ਸੀ? ਤਾਂ ਉਹ ਐਂਡ ਹੋਈ ਸੀ ਆਪਣੇ ਕੋਲੇ 1922 ਦੇ ਵਿੱਚ। ਅਤੇ ਉਹਦੀ ਸਥਾਪਨਾ ਕਦੋਂ ਹੋਈ ਸੀ? ਸਥਾਪਨਾ ਹੋਈ ਸੀ ਆਪਣੇ ਕੋਲੇ 1920 ਦੇ ਵਿੱਚ। ਅਤੇ ਕਿਹਦੇ ਦੁਆਰਾ ਇਹਦੀ ਸਥਾਪਨਾ ਕੀਤੀ ਗਈ ਸੀ? ਗਾਂਧੀ ਜੀ ਦੁਆਰਾ ਇਹਦੀ ਸਥਾਪਨਾ ਕੀਤੀ ਗਈ ਸੀ। ਦੀ ਸਪੀਕਰਸ ਵੋਟ ਇਨ ਲੋਕ ਸਭਾ ਇਜ਼ ਕਾਲਡ? ਤਾਂ ਜਿਹੜੀ ਲੋਕ ਸਭਾ ਦੇ ਵਿੱਚ ਸਪੀਕਰ ਦੀ ਵੋਟ ਪੈਂਦੀ ਹੈ ਉਸ ਨੂੰ ਕੀ ਕਿਹਾ ਜਾਂਦਾ ਹੈ? ਸੈਪਰੇਟ ਵੋਟ, ਸੈਂਟਰਲ ਵੋਟ, ਸਪੈਸ਼ਲ ਵੋਟ, ਜਾਂ ਫਿਰ ਕਾਸਟਿੰਗ ਵੋਟ? ਤਾਂ ਉਸ ਨੂੰ ਕਿਹਾ ਜਾਂਦਾ ਹੈ ਕਾਸਟਿੰਗ ਵੋਟ। ਰਾਈਟ ਟੂ ਐਜੂਕੇਸ਼ਨ ਆਰ ਅੰਡਰ ਇਨ ਵਿਚ ਆਰਟੀਕਲ? ਤਾਂ ਜਿਹੜਾ ਆਪਾਂ ਨੂੰ ਸਿੱਖਿਆ ਦਾ ਅਧਿਕਾਰ ਦਿੱਤਾ ਗਿਆ ਹੈ ਫੰਡਾਮੈਂਟਲ ਰਾਈਟਸ ਦੇ ਵਿੱਚ, ਉਹ ਕਿਹੜੇ ਆਰਟੀਕਲ ਦੇ ਅੰਦਰ ਐਡ ਕੀਤਾ ਗਿਆ ਹੈ? ਤਾਂ ਉਹ ਆਪਣੇ ਕੋਲ ਹੈ ਜੀ 21A ਦੇ ਅੰਦਰ ਹੈ, ਜਿਹੜਾ ਕਿ 86ਵੀਂ ਅਮੈਂਡਮੈਂਟ ਦੇ ਅੰਦਰ ਐਡ ਕੀਤਾ ਗਿਆ ਸੀ ਆਪਣੇ ਸੰਵਿਧਾਨ ਦੇ ਅੰਦਰ। ਪੰਚਾਇਤੀ ਰਾਜ ਇਨ ਵਿਚ ਸ਼ਡਿਊਲ ਆਫ ਦੀ ਕੌਨਸਟੀਟਿਊਸ਼ਨ ਆਫ ਇੰਡੀਆ? ਤਾਂ ਇੰਡੀਆ ਦੇ ਸੰਵਿਧਾਨ ਦੇ ਵਿੱਚ ਜਿਹੜਾ ਕਿ ਸ਼ਡਿਊਲ ਦਿੱਤੇ ਹੋਏ ਨੇ ਆਪਾਂ ਨੂੰ, ਤਾਂ ਉਹਨਾਂ ਸ਼ਡਿਊਲਾਂ ਦੇ ਵਿੱਚੋਂ ਕਿਸ ਦੇ ਵਿੱਚ ਪੰਚਾਇਤੀ ਰਾਜ ਦਾ ਜ਼ਿਕਰ ਕੀਤਾ ਗਿਆ ਹੈ? ਤਾਂ ਉਹ ਹੈ ਆਪਣੇ ਕੋਲੇ 11 ਨੰਬਰ ਸ਼ਡਿਊਲ ਦੇ ਵਿੱਚ। ਫਿਰ ਆਉਂਦਾ ਆਪਣੇ ਕੋਲੇ 10 ਨੰਬਰ ਕੁਐਸਚਨ, ਦੀ ਫਸਟ ਹੈਲਥ ਮਿਨਿਸਟਰ ਆਫ ਇੰਡੀਪੈਂਡੈਂਟ ਇੰਡੀਆ ਵਾਸ? ਤਾਂ ਇੰਡੀਪੈਂਡੈਂਟ ਇੰਡੀਆ ਯਾਨੀ ਕਿ ਆਜ਼ਾਦ ਭਾਰਤ ਦਾ ਪਹਿਲਾ ਹੈਲਥ ਮਿਨਿਸਟਰ ਕੌਣ ਸੀ? ਤਾਂ ਉਹ ਸੀ ਆਪਣੇ ਕੋਲੇ ਰਾਜਕੁਮਾਰੀ ਅੰਮ੍ਰਿਤ ਕੌਰ। ਅਤੇ ਨੈਕਸਟ ਹੈ ਆਪਣੇ ਕੋਲੇ ਦੀ ਫਸਟ ਸਪੀਕਰ ਆਫ ਲੋਕ ਸਭਾ ਵਾਸ? ਤਾਂ ਲੋਕ ਸਭਾ ਦਾ ਪਹਿਲਾ ਸਪੀਕਰ ਕੌਣ ਸੀ? ਤਾਂ ਉਹ ਸੀਗਾ ਜੀ ਆਪਣੇ ਕੋਲੇ GV ਮਾਲਵੰਕਰ। ਦੀ ਫਸਟ ਆਈਡੀਆ ਟੂ ਹੈਵ ਅ ਕੌਨਸਟੀਟਿਊਸ਼ਨ ਵਾਸ ਗਿਵਨ ਬਾਈ? ਤਾਂ ਕੌਨਸਟੀਟਿਊਸ਼ਨ ਯਾਨੀ ਕਿ ਭਾਰਤ ਦਾ ਸੰਵਿਧਾਨ ਬਣਾਉਣ ਦੇ ਵਿੱਚ ਸਭ ਤੋਂ ਪਹਿਲਾਂ ਆਈਡੀਆ ਕਿਸ ਦੇ ਦੁਆਰਾ ਦਿੱਤਾ ਗਿਆ ਸੀ? MN ਰॉय ਦੁਆਰਾ, ਜਵਾਹਰ ਲਾਲ ਨਹਿਰੂ ਜੀ ਦੁਆਰਾ, ਸਰਦਾਰ ਪਟੇਲ ਜੀ ਦੁਆਰਾ, ਜਾਂ ਫਿਰ ਮਹਾਤਮਾ ਗਾਂਧੀ ਜੀ ਦੁਆਰਾ? ਅਤੇ ਇਹਨਾਂ ਦੇ ਵਿੱਚੋਂ MN ਰॉय ਜੀ ਦੁਆਰਾ ਜਿਹੜਾ ਕੀ ਸੀ ਆਈਡੀਆ ਦਿੱਤਾ ਗਿਆ ਸੀ ਸੰਵਿਧਾਨ ਨੂੰ ਬਣਾਉਣ ਦਾ। ਨੈਕਸਟ ਚੱਲਦੇ ਹਾਂ। ਤਾਂ ਅਗਲੀ ਸਲਾਈਡ ਤੋਂ ਪਹਿਲਾਂ ਅਗਰ ਤੁਸੀਂ ਚੈਨਲ 'ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਚੈਨਲ ਨੂੰ ਕਰ ਲੈਣਾ ਸਬਸਕ੍ਰਾਈਬ, ਔਰ ਬੈਲ ਆਈਕਨ ਨੂੰ ਸਾਥ ਦਬਾ ਦੇਣਾ ਤਾਂ ਕਿ ਆਉਂਦੀ ਜਾਂਦੀ ਹੋਈ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹਿਲਾਂ ਪਹੁੰਚ ਸਕੇ। ਤਾਂ ਵੀਡੀਓ ਨੂੰ ਕਰ ਦੇਣਾ ਸ਼ੇਅਰ, ਔਰ ਲਾਈਕ ਤਾਂ ਬਣਦਾ ਯਾਰ। ਵਟ ਇਜ਼ ਦੀ ਟੈਨਿਓਰ ਆਫ ਪੰਚਾਇਤ?
ਤਾਂ ਪੰਚਾਇਤ ਦਾ ਟੈਨਿਓਰ ਯਾਨੀ ਕਿ ਕਾਰਜਕਾਲ ਕਿੰਨਾ ਹੁੰਦਾ ਹੈ, ਪੰਚਾਇਤ ਕਿੰਨੇ ਸਮੇਂ ਲਈ ਰਹਿੰਦੀ ਹੈ, ਤਾਂ ਪੰਚਾਇਤ ਆਪਣੇ ਕੋਲ ਪੰਚਾਇਤ ਦਾ ਕਾਰਜਕਾਲ ਹੁੰਦਾ ਹੈ 5 ਸਾਲ ਦਾ। ਨੈਕਸਟ ਚੱਲਦੇ ਹਾਂ, ਗਦਰ ਪਾਰਟੀ ਵਾਜ਼ ਫਾਊਂਡਡ ਇਨ, ਤਾਂ ਗਦਰ ਪਾਰਟੀ ਇਹਨਾਂ ਦੇ ਵਿੱਚੋਂ ਕਿਸ ਵਿੱਚ ਫਾਊਂਡ ਕੀਤੀ ਗਈ ਸੀ, ਕਿਸ ਦੇ ਵਿੱਚੋਂ ਬਣਾਈ ਗਈ ਸੀ, ਤਾਂ ਅਫਗਾਨਿਸਤਾਨ, ਮਿਆਂਮਾਰ, ਕੈਨੇਡਾ ਜਾਂ USA। ਤਾਂ ਇਹਨਾਂ ਦੇ ਵਿੱਚੋਂ USA ਦੇ ਵਿੱਚ ਆਪਣੀ ਗਦਰ ਪਾਰਟੀ ਜੋ ਸੀਗੀ ਉਹ ਬਣਾਈ ਗਈ ਸੀਗੀ। USA ਦੇ ਵਿੱਚ ਵੀ ਕਿੱਥੇ ਸੀਗੀ, ਸੈਨ ਫਰਾਂਸਿਸਕੋ ਦੇ ਵਿੱਚ ਬਣਾਈ ਗਈ ਸੀਗੀ। ਔਰ ਕਿਸ ਦੇ ਦੁਆਰਾ ਬਣਾਈ ਗਈ ਸੀ, ਤਾਂ ਇਹ ਬਣਾਈ ਗਈ ਸੀ ਲਾਲਾ ਹਰਦਿਆਲ ਜੀ ਦੁਆਰਾ ਬਣਾਈ ਗਈ ਸੀ। ਲਾਲਾ ਹਰਦਿਆਲ ਜੀ ਦੁਆਰਾ ਬਣਾਈ ਗਈ ਅਤੇ ਕਦੋਂ ਬਣਾਈ ਗਈ, ਇਹ ਬਣਾਈ ਗਈ ਸੀ 1913 ਦੇ ਵਿੱਚ ਜੋ ਸੀ ਗਦਰ ਪਾਰਟੀ ਦੀ ਸਥਾਪਨਾ ਕੀਤੀ ਗਈ ਸੀ। ਨੈਕਸਟ ਚੱਲਦੇ ਹਾਂ, ਹੂ ਲੀਡ ਦੀ ਬਾਰਡੋਲੀ ਸੱਤਿਆਗ੍ਰਹਿ 1928, ਤਾਂ ਜਿਹੜਾ ਬਾਰਡੋਲੀ ਸੱਤਿਆਗ੍ਰਹਿ ਹੋਇਆ ਸੀ 1928 ਦੇ ਵਿੱਚ, ਉਸ ਨੂੰ ਕਿਸ ਨੇ ਲੀਡ ਕੀਤਾ ਸੀ, ਕਿਸ ਨੇ ਉਸ ਦੀ ਅਗਵਾਈ ਕੀਤੀ ਸੀ, ਮਹਾਤਮਾ ਗਾਂਧੀ ਜੀ ਨੇ, ਰਾਜਿੰਦਰ ਪ੍ਰਸਾਦ ਨੇ, ਵੱਲਭ ਭਾਈ ਪਟੇਲ ਜੀ ਨੇ ਜਾਂ ਫਿਰ ਜਵਾਹਰ ਨਹਿਰੂ ਨੇ। ਤਾਂ ਇਹਦੇ ਵਿੱਚੋਂ ਜਿਹੜੀ ਸੀਗੀ ਬਾਰਡੋਲੀ ਸੱਤਿਆਗ੍ਰਹਿ ਦੀ ਅਗਵਾਈ ਕੀਤੀ ਗਈ ਸੀ ਉਹ ਕੀਤੀ ਗਈ ਸੀ ਵੱਲਭ ਭਾਈ ਪਟੇਲ ਜੀ ਦੁਆਰਾ। ਹੂ ਅਮੰਗਸ ਦੀ ਫੋਲੋਇੰਗ ਹੈਜ਼ ਮਿਲਟਰੀ ਪਾਵਰਸ, ਤਾਂ ਇਹਨਾਂ 4 ਆਪਸ਼ਨਸ ਦੇ ਵਿੱਚੋਂ ਕਿਸ ਦੇ ਕੋਲ ਮਿਲਟਰੀ ਪਾਵਰਸ ਹੁੰਦੀਆਂ ਨੇ, ਪ੍ਰਾਈਮ ਮਿਨਿਸਟਰ ਕੋਲ, CGI ਕੋਲ, ਐਡਮਿਰਲ ਕੋਲ ਜਾਂ ਫਿਰ ਪ੍ਰੈਜ਼ੀਡੈਂਟ ਕੋਲ। ਤਾਂ ਮਿਲਟਰੀ ਪਾਵਰਸ ਜਿਹੜੀਆਂ ਹੁੰਦੀਆਂ ਨੇ ਉਹ ਆਪਣੇ ਕੋਲ ਪ੍ਰੈਜ਼ੀਡੈਂਟ ਕੋਲ ਹੁੰਦੀਆਂ ਨੇ, ਚਾਹੇ ਉਹ ਨੇਵਲ ਹੋਵੇ ਜਾਂ ਏਅਰ ਫੋਰਸ ਹੋਵੇ ਜਾਂ ਫਿਰ ਆਪਣੇ ਕੋਲ ਜਿਹੜੀ ਆਪਣੀ ਹੁੰਦੀ ਹੈ ਆਰਮਡ ਹੋਵੇ। ਇਹਨਾਂ ਤਿੰਨਾਂ ਦੀ ਜਿਹੜੀ ਹੁੰਦੀ ਹੈ ਮਿਲਟਰੀ ਪਾਵਰਸ ਜੋ ਵੀ ਹੁੰਦੀਆਂ ਨੇ, ਠੀਕ ਹੈ, ਤਾਂ ਉਹ ਸਾਰੀਆਂ ਪ੍ਰੈਜ਼ੀਡੈਂਟ ਕੋਲ ਹੁੰਦੀਆਂ ਨੇ। ਇਨ ਦੀ ਐਬਸੈਂਸ ਆਫ CGI ਹੂ ਅਪੋਇੰਟਸ ਦੀ ਪ੍ਰੈਜ਼ੀਡੈਂਟ, ਤਾਂ ਮਤਲਬ ਕਿ ਅਗਰ CGI ਗੈਰ ਹਾਜ਼ਰ ਹੋਵੇ, ਐਬਸੈਂਟ ਹੋਵੇ, ਤਾਂ ਉਸ ਦੀ ਜਗ੍ਹਾ 'ਤੇ ਜਿਹੜਾ ਹੁੰਦਾ ਪ੍ਰੈਜ਼ੀਡੈਂਟ ਨੂੰ ਕੌਣ ਅਪੋਇੰਟ ਕਰਦਾ ਹੈ, ਚੀਫ ਜਸਟਿਸ ਆਫ ਹਾਈ ਕੋਰਟ, ਪ੍ਰਾਈਮ ਮਿਨਿਸਟਰ, ਅਟਾਰਨੀ ਜਨਰਲ ਆਫ ਇੰਡੀਆ ਜਾਂ ਫਿਰ ਨਨ ਆਫ ਦੀਸ। ਤਾਂ ਇਹਦਾ ਆਨਸਰ ਆਪਣੇ ਕੋਲ ਬਣਦਾ ਹੈ ਜੀ ਨਨ ਆਫ ਦੀਸ, ਕਿਉਂਕਿ ਜਿਹੜਾ ਪ੍ਰੈਜ਼ੀਡੈਂਟ ਹੁੰਦਾ ਹੈ ਉਸ ਨੂੰ ਉਹਦੇ ਇਲੈਕਟਰਲ ਕਾਲਜ ਦੁਆਰਾ ਹੀ ਕੀਤਾ ਜਾਂਦਾ ਹੈ, ਚੁਣਿਆ ਜਾਂਦਾ ਹੈ, ਉਸ ਨੂੰ ਉਹਨਾਂ ਦੀਆਂ ਵੋਟਾਂ ਦੁਆਰਾ ਚੁਣਿਆ ਜਾਂਦਾ ਹੈ, ਪ੍ਰੈਜ਼ੀਡੈਂਟ ਨੂੰ ਕਦੇ ਵੀ ਅਪੋਇੰਟ ਨਹੀਂ ਕੀਤਾ ਜਾਂਦਾ। ਨੈਕਸਟ ਆਉਂਦਾ ਆਪਣੇ ਕੋਲ ਕੰਟਰੋਲਸ ਦੀ ਮੈਕਸੀਮਮ ਨੰਬਰ ਆਫ ਸਟੇਟਸ, ਕਿਹੜੀ ਇਹਨਾਂ ਦੇ ਵਿੱਚੋਂ ਹਾਈ ਕੋਰਟ ਹੈ ਜਿਹੜੀ ਕਿ ਮੈਕਸੀਮਮ ਨੰਬਰ ਆਫ ਸਟੇਟਸ ਨੂੰ ਆਪਣੇ ਅੰਦਰ ਕੰਟਰੋਲ ਕਰਦੀ ਹੈ, ਤਾਂ ਉਹ ਹੈ ਜੀ ਆਪਣੇ ਕੋਲ ਮੁੰਬਈ ਹਾਈ ਕੋਰਟ। ਨੈਕਸਟ ਚੱਲਦੇ ਹਾਂ, ਦੀ ਲੋਕ ਸਭਾ ਸਪੀਕਰ ਸਬਮਿਟਸ ਹਿਜ਼ ਰੈਜੀਗਨੇਸ਼ਨ ਟੂ, ਤਾਂ ਜਿਹੜਾ ਲੋਕ ਸਭਾ ਦਾ ਸਪੀਕਰ ਹੁੰਦਾ ਹੈ ਅਗਰ ਉਹ ਰੈਜੀਗਨੇਸ਼ਨ ਦੇਣਾ ਚਾਹਵੇ ਤਾਂ ਉਹ ਕਿਸ ਨੂੰ ਸਬਮਿਟ ਕਰੇਗਾ, ਪ੍ਰੈਜ਼ੀਡੈਂਟ ਨੂੰ ਕਰੇਗਾ, ਡਿਪਟੀ ਸਪੀਕਰ ਨੂੰ ਕਰੇਗਾ, ਵਾਈਸ ਪ੍ਰੈਜ਼ੀਡੈਂਟ ਨੂੰ ਕਰੇਗਾ ਜਾਂ ਫਿਰ ਇਹਨਾਂ ਸਾਰਿਆਂ ਨੂੰ ਕਰੇਗਾ। ਤਾਂ ਜਿਹੜਾ ਲੋਕ ਸਭਾ ਦਾ ਸਪੀਕਰ ਹੁੰਦਾ ਹੈ ਉਹ ਆਪਣਾ ਰੈਜੀਗਨੇਸ਼ਨ ਲੈਟਰ ਦਿੰਦਾ ਹੈ ਜੀ ਡਿਪਟੀ ਸਪੀਕਰ ਨੂੰ। ਚੱਲਦੇ ਨੈਕਸਟ ਕੁਐਸਚਨ 'ਤੇ, ਇਨ ਵਿਚ ਲੈਂਗੁਏਜ ਦੀ ਕੌਨਸਟੀਟਿਊਸ਼ਨ ਆਫ ਇੰਡੀਆ ਵਾਜ਼ ਮੇਨਲੀ ਰਿਟਨ, ਤਾਂ ਇਹਨਾਂ ਦੇ ਵਿੱਚੋਂ ਕਿਸ ਲੈਂਗੁਏਜ ਦੇ ਵਿੱਚ ਜਿਹੜਾ ਆਪਣਾ ਇੰਡੀਆ ਦਾ ਸੰਵਿਧਾਨ ਹੈ ਉਹ ਲਿਖਿਆ ਗਿਆ ਹੈ, ਹਿੰਦੀ ਦੇ ਵਿੱਚ, ਇੰਗਲਿਸ਼ ਦੇ ਵਿੱਚ, ਬੋਥ ਆਫ ARB ਜਾਂ ਫਿਰ ਉਰਦੂ ਦੇ ਵਿੱਚ। ਤਾਂ ਆਪਣਾ ਇੰਡੀਆ ਦਾ ਜਿਹੜਾ ਸੰਵਿਧਾਨ ਹੈ ਉਹ ਹਿੰਦੀ ਅਤੇ ਇੰਗਲਿਸ਼ ਦੋਨਾਂ ਭਾਸ਼ਾਵਾਂ ਦੇ ਵਿੱਚ ਲਿਖਿਆ ਗਿਆ ਹੈ। ਨੈਕਸਟ, ਔਨ ਵਿਚ ਬੇਸਿਸ ਡਜ਼ ਦੀ ਇੰਡੀਅਨ ਕੌਨਸਟੀਟਿਊਸ਼ਨ ਰੈਕੋਗਨਾਈਜ਼ਸ ਦੀ ਰੇਸ਼ੋ ਆਫ ਮਾਈਨੋਰਟੀਜ਼, ਮਤਲਬ ਕਿ ਜਿਹੜੀਆਂ ਆਪਣੇ ਭਾਰਤ ਦੇ ਵਿੱਚ ਮਾਈਨੋਰਟੀਜ਼ ਰਹਿੰਦੀਆਂ ਨੇ, ਠੀਕ ਹੈ, ਤਾਂ ਉਹਨਾਂ ਨੂੰ ਕਿਸ ਬੇਸਿਸ 'ਤੇ ਜਿਹੜਾ ਹੈਗਾ ਉਹਨਾਂ ਦੀ ਰੇਸ਼ੋ ਨੂੰ ਕਾਊਂਟ ਕੀਤਾ ਜਾਂਦਾ, ਮਤਲਬ ਕਿ ਜਿਵੇਂ ਸਿੱਖ ਹੋ ਗਏ, ਮੁਸਲਿਮ ਹੋ ਗਏ, ਆਪਣੇ ਕੋਲ ਕ੍ਰਿਸਚਨ ਹੋ ਗਏ, ਜਿਹੜੀਆਂ ਕਿ ਮਾਈਨੋਰਟੀਜ਼ ਰਹਿੰਦੀਆਂ ਨੇ ਤਾਂ ਉਹਨਾਂ ਨੂੰ ਕਿਸ ਬੇਸਿਸ 'ਤੇ ਕਾਊਂਟ ਕੀਤਾ ਜਾਂਦਾ, ਕਾਸਟ ਦੇ ਬੇਸਿਸ 'ਤੇ, ਰਿਲੀਜਨ ਬੇਸ 'ਤੇ ਜਾਂ ਫਿਰ ਪਾਪੂਲੇਸ਼ਨ ਬੇਸ 'ਤੇ ਜਾਂ ਫਿਰ ਨਨ ਆਫ ਦੀਸ। ਤਾਂ ਉਹਨਾਂ ਨੂੰ ਪਾਪੂਲੇਸ਼ਨ ਬੇਸ 'ਤੇ ਕਾਊਂਟ ਕੀਤਾ ਜਾਂਦਾ ਹੈ। ਨੈਕਸਟ ਹੈ ਆਪਣੇ ਕੋਲ, ਅਕੋਰਡਿੰਗ ਟੂ ਵਿਚ ਆਰਟੀਕਲ ਦੀ ਪ੍ਰੈਜ਼ੀਡੈਂਟ ਹੈਜ਼ ਦੀ ਰਾਈਟ ਟੂ ਟੇਕ ਐਡਵਾਈਸ ਫਰੋਮ ਸੁਪਰੀਮ ਕੋਰਟ, ਮਤਲਬ ਕਿ ਜਿਹੜਾ ਪ੍ਰੈਜ਼ੀਡੈਂਟ ਹੈ ਉਹ ਕਿਸ ਆਰਟੀਕਲ ਦੇ ਅੰਦਰ ਜਿਹੜਾ ਹੈ ਸੁਪਰੀਮ ਕੋਰਟ ਤੋਂ ਐਡਵਾਈਸ ਲੈ ਸਕਦਾ ਹੈ, ਤਾਂ ਉਹ ਹੈ ਆਪਣੇ ਕੋਲ 143 ਨੰਬਰ ਆਰਟੀਕਲ, ਜਿਸ ਦੇ ਵਿੱਚ ਪ੍ਰੈਜ਼ੀਡੈਂਟ ਜੋ ਹੈ ਸੁਪਰੀਮ ਕੋਰਟ ਤੋਂ ਐਡਵਾਈਸ ਲੈ ਸਕਦਾ ਹੈ। ਨੈਕਸਟ ਆਉਂਦਾ ਹੈ ਆਪਣੇ ਕੋਲ, ਹਾਊ ਮੈਨੀ ਪੇਜਿਸ ਇਨ ਦੀ ਕੌਨਸਟੀਟਿਊਸ਼ਨ ਆਫ ਇੰਡੀਆ, ਤਾਂ ਇੰਡੀਆ ਦੇ ਸੰਵਿਧਾਨ ਜਿਹੜਾ ਲਿਖਿਆ ਗਿਆ ਹੈ ਉਸ ਦੇ ਵਿੱਚ ਕਿੰਨੇ ਪੇਜਿਸ ਨੇ, ਕਿੰਨੇ ਪੇਜਿਸ ਦੇ ਵਿੱਚ ਲਿਖਿਆ ਗਿਆ ਹੈ, ਤਾਂ ਉਹ ਲਿਖਿਆ ਗਿਆ ਹੈ 232 ਪੇਜਾਂ ਦੇ ਵਿੱਚ। ਨੈਕਸਟ ਆਪਣੇ ਕੋਲ ਆਉਂਦਾ ਹੈ, ਵਾਟ ਇਜ਼ ਦੀ ਰਿਟਾਇਰਮੈਂਟ ਏਜ ਆਫ ਗਵਰਨਰ ਆਫ ਸਟੇਟ, 60 ਸਾਲ, 62 ਸਾਲ, 65 ਸਾਲ ਜਾਂ ਫਿਰ ਨੋ ਏਜ ਲਿਮਿਟ।
ਤਾਂ ਇਹਦੇ ਵਿੱਚ ਆਪਣਾ ਆਨਸਰ ਆਏਗਾ नो एज लिमिट, क्योंकि जिन्ने भी कोई भी अपने ਮੈਂਬਰਸ ਚੁਣੇ ਜਾਂਦੇ ਨੇ, ਠੀਕ ਹੈ, ਕੋਈ ਵੀ ਆਪਣੇ ਕੋਲ MP ਚੁਣੇ ਜਾਂਦੇ ਨੇ, MLA ਚੁਣੇ ਜਾਂਦੇ ਨੇ, ਤਾਂ ਉਹਨਾਂ ਦੇ ਵਿੱਚੋਂ ਕਿਸੇ ਦੀ ਵੀ ਏਜ ਲਿਮਿਟ ਜਿਹੜੀ ਹੁੰਦੀ ਹੈ ਉਹ ਨਹੀਂ ਹੁੰਦੀ। ਉਹ ਸਿਰਫ ਮਿਨੀਮਮ ਏਜ ਦਿੱਤੀ ਹੁੰਦੀ ਹੈ ਵੀ ਪਾਰਟੀਸਪੇਟ ਕਰਨ ਦੇ ਲਈ ਇੰਨੀ ਏਜ ਹੋ ਸਕਦੀ ਹੈ, ਬਟ ਮੈਕਸੀਮਮ ਕੋਈ ਏਜ ਨਹੀਂ ਹੁੰਦੀ। ਤਾਂ ਨੈਕਸਟ ਦੇਖਦੇ ਹਾਂ, UPSC ਸਬਮਿਟ ਇਟਸ ਰਿਪੋਰਟ ਟੂ ਦੀ। ਤਾਂ ਜਿਹੜਾ UPSC ਹੈ, ਯੂਨੀਅਨ ਪਬਲਿਕ ਸਰਵਿਸ ਕਮਿਸ਼ਨ, ਉਹ ਆਪਣੀ ਰਿਪੋਰਟ ਜਿਹੜੀ ਹੁੰਦੀ ਹੈ ਕਿਸ ਨੂੰ ਸਬਮਿਟ ਕਰਦਾ? ਪ੍ਰੈਜ਼ੀਡੈਂਟ ਨੂੰ ਕਰਦਾ, ਗਵਰਨਰ ਨੂੰ ਕਰਦਾ, ਲੈਜਿਸਲੇਟਿਵ ਅਸੈਂਬਲੀ ਨੂੰ ਕਰਦਾ, ਜਾਂ ਫਿਰ ਇਹਨਾਂ ਵਿੱਚੋਂ ਕੋਈ ਨਹੀਂ। ਤਾਂ ਜਿਹੜਾ UPSC ਹੁੰਦੀ ਹੈ ਜੀ, ਉਹ ਆਪਣੀ ਰਿਪੋਰਟ ਜੋ ਸਬਮਿਟ ਕਰਦੀ ਹੈ ਉਹ ਕਰਦੀ ਹੈ ਪ੍ਰੈਜ਼ੀਡੈਂਟ ਨੂੰ। ਤਾਂ ਨੈਕਸਟ ਦੇਖਦੇ ਹਾਂ, ਉਸੇ ਤਰੀਕੇ ਨਾਲ ਕਹਿੰਦੇ ਸਟੇਟ PSC ਸਬਮਿਟ ਇਸ ਰਿਪੋਰਟ ਟੂ ਦੀ। ਤਾਂ ਜਿਹੜੀ ਸਟੇਟ ਦੀ PSC ਹੁੰਦੀ ਹੈ, PSC ਜਾਂ PCS ਕਹਿ ਲਈਏ ਆਪਾਂ, ਤਾਂ ਉਹ ਆਪਣੀ ਰਿਪੋਰਟ ਜਿਹੜੀ ਹੁੰਦੀ ਹੈ ਕਿਸ ਨੂੰ ਸਬਮਿਟ ਕਰਦੀ ਹੈ? ਤਾਂ ਉਹ ਕਰਦੀ ਹੈ ਜੀ ਗਵਰਨਰ ਨੂੰ, ਕਿਉਂਕਿ ਜਿਹੜਾ ਪ੍ਰੈਜ਼ੀਡੈਂਟ ਹੁੰਦਾ ਉਹ ਇੰਡੀਆ ਦਾ ਹੈੱਡ ਹੁੰਦਾ, ਅਤੇ ਜਿਹੜਾ ਗਵਰਨਰ ਹੁੰਦਾ ਉਹ ਇੱਕ ਸਟੇਟ ਦਾ ਹੈੱਡ ਹੁੰਦਾ। ਨੈਕਸਟ ਚੱਲਦੇ ਹਾਂ, ਵਿਚ ਆਫ ਦੀ ਫੋਲੋਇੰਗ ਆਰਟੀਕਲ ਇਜ਼ ਐਸੋਸੀਏਟਡ ਵਿਦ ਬਜਟ। ਤਾਂ ਇਹਨਾਂ ਦੇ ਵਿੱਚੋਂ ਕਿਹੜਾ ਆਰਟੀਕਲ ਹੈ ਜਿਹੜਾ ਬਜਟ ਨਾਲ ਰਿਲੇਟਡ ਹੈ? ਤਾਂ ਆਪਣਾ ਆਨਸਰ ਹੈ 112 ਨੰਬਰ ਜਿਹੜਾ ਆਰਟੀਕਲ ਹੈ ਉਹ ਆਪਣਾ ਬਜਟ ਨਾਲ ਰਿਲੇਟਡ ਹੈ। ਤਾਂ 110 ਨੰਬਰ ਆਰਟੀਕਲ ਕਾਹਦੇ ਨਾਲ ਰਿਲੇਟਡ ਹੈ? ਇਹ ਆਪਣਾ ਹੈ ਜੀ ਮਨੀ ਬਿੱਲ ਦੀ ਡੈਫੀਨੇਸ਼ਨ ਨਾਲ ਰਿਲੇਟਡ। ਔਰ 117 ਨੰਬਰ ਜਿਹੜਾ ਆਰਟੀਕਲ ਹੈ ਇਹ ਆਪਣਾ ਹੈ ਫਾਈਨੈਂਸ ਬਿੱਲ ਦੇ ਨਾਲ ਰਿਲੇਟਡ। ਤਾਂ ਅੱਜ ਦੀ ਕਲਾਸ ਦੀ ਹੁੰਦੀ ਹੈ ਸਮਾਪਤੀ। ਤਾਂ ਅਗਰ ਤੁਸੀਂ ਚੈਨਲ 'ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਚੈਨਲ ਨੂੰ ਕਰ ਲੈਣਾ ਸਬਸਕ੍ਰਾਈਬ, ਔਰ ਬੈਲ ਆਈਕਨ ਨੂੰ ਜ਼ਰੂਰ ਦਬਾਉਣਾ ਤਾਂ ਕਿ ਆਉਂਦੀ ਜਾਂਦੀ ਹੋਈ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੀ ਰਹੇ। ਵੀਡੀਓ ਨੂੰ ਕਰ ਦੇਣਾ ਸ਼ੇਅਰ ਔਰ ਲਾਈਕ। ਥੈਂਕ ਯੂ ਦੋਸਤੋ।